ਦੋਸਤੋ, ਅੱਜ 9 ਗ੍ਰਹਿਾਂ ਦੇ ਨਾਲ ਅਸੀਂ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ। ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਕਿਵੇਂ ਬਹੁਤ ਹੀ ਘੱਟ ਬਿਨਾਂ ਪੈਸਾ ਖਰਚੇ ਕਿਸ ਤਰ੍ਹਾਂ 9 ਗ੍ਰਹਿਾਂ ਨੂੰ ਖੁਸ਼ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਜ਼ਿੰਦਗੀ 'ਚ ਸਫਲਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕਈ ਲੋਕ ਇਹ ਸੋਚਦੇ ਹਨ ਕਿ ਧਾਰਮਿਕ ਵਿਸ਼ਵਾਸ, ਆਸਥਾ ਜਾਂ ਕਿਸਮਤ ਦੇ ਨਾਲ ਸਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ, ਲੇਕਿਨ ਅਜਿਹਾ ਨਹੀਂ ਹੈ। ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਪ੍ਰਯਤਨ ਜ਼ਰੂਰ ਕਰਨੇ ਪੈਂਦੇ ਹਨ। ਕਿਸੇ ਵੀ ਕੰਮ ਵਿੱਚ ਜਾਂ ਜ਼ਿੰਦਗੀ ਵਿੱਚ ਸਫਲ ਹੋਣ ਲਈ ਪ੍ਰਯਤਨ ਬਹੁਤ ਜ਼ਰੂਰੀ ਹਨ। ਬਿਨਾਂ ਪ੍ਰਯਤਨ ਤੋਂ ਤੁਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਵੱਲ ਵਧੋਗੇ ਜਿਵੇਂ ਕਿ ਕੋਈ ਮਲਾਹ ਬਿਨਾਂ ਕਿਸੇ ਦਿਸ਼ਾ ਤੋਂ ਕਿਸ਼ਤੀ ਨੂੰ ਪਾਣੀ ਦੇ ਵਿੱਚ ਚਲਾਉਂਦਾ ਹੈ, ਕਿਉਂਕਿ ਤੁਹਾਡੀ ਪਲੈਨਿੰਗ ਦੇ ਮੁਤਾਬਕ ਕੀਤੇ ਹੋਏ ਪ੍ਰਯਤਨ ਵੀ ਐਸੇ ਹੋਣੇ ਚਾਹੀਦੇ ਆ ਜਿਹੜੇ ਸਮਾਂ ਸਥਾਨ ਦੇ ਮੁਤਾਬਕ ਬਿਲਕੁਲ ਸਹੀ ਢੁਕਦੇ ਹੋਣ, ਅਤੇ ਪ੍ਰਯਤਨ ਤੁਹਾਡੇ 100% ਹੋਣੇ ਚਾਹੀਦੇ ਹਨ। ਤਾਂ ਹੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਇਸ ਤੋਂ ਇਲਾਵਾ ਆਪਣੀ ਸਾਰੀ ਇੰਟੈਲੀਜੈਂਸੀ, ਆਪਣੀ ਸਾਰੀ ਬੁੱਧੀ, ਸਾਰਾ ਦਿਮਾਗ ਤੁਹਾਨੂੰ ਆਪਣੇ ਪ੍ਰਯਤਨ ਦੇ ਨਾਲ ਹੀ ਆਪਣੀ ਸਫਲਤਾ ਦੇ ਵੱਲ ਲਗਾਉਣਾ ਪੈਂਦਾ ਹੈ। ਤਾਂ ਹੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਕਿਉਂਕਿ ਜਦੋਂ ਤੁਸੀਂ ਬੇਗਾਨੇ ਜਾਂ ਕਿਸੇ ਹੋਰ ਦਾ ਸਹਾਰਾ ਲੈਂਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਦੀ ਸਫਲਤਾ ਪ੍ਰਾਪਤ ਕਰਨ ਵਿੱਚ ਕਮਜ਼ੋਰੀ ਅਨੁਭਵ ਕਰਦੇ ਹੋ। ਇਸ ਲਈ ਸਹਾਰਾ ਮਨੁੱਖ ਨੂੰ ਕਮਜ਼ੋਰ ਬਣਾ ਦਿੰਦਾ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੇ ਪ੍ਰਯਤਨ ਕਰਨੇ ਚਾਹੀਦੇ ਹਨ, ਆਪਣਾ ਦਿਮਾਗ, ਆਪਣੀ ਇੰਟੈਲੀਜੈਂਸੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਪਲੈਨਿੰਗ ਬਣਾਉਣੀ ਚਾਹੀਦੀ ਹੈ। ਸਾਰੇ ਜਿੰਨੇ ਵੀ ਸਾਡੇ ਸਰੀਰ ਦੀ ਐਨਰਜੀ ਹੈ ਉਹ ਸਾਰੀ ਕੰਮ ਵਿੱਚ ਲਾਉਣੀ ਚਾਹੀਦੀ ਹੈ। ਫਾਲਤੂ ਦੇ ਕੰਮਾਂ ਤੋਂ ਆਪਣੇ ਆਪ ਨੂੰ ਕੱਟਣਾ ਚਾਹੀਦਾ ਹੈ, ਜਿਵੇਂ ਕਿ ਕਿਸੇ ਦੀ ਨਿੰਦਿਆ, ਚੁਗਲੀ ਜਾਂ ਈਰਖਾ ਨਹੀਂ ਕਰਨੀ ਚਾਹੀਦੀ। ਜਦੋਂ ਅਸੀਂ ਕਿਸੇ ਪ੍ਰਤੀ ਈਰਖਾ ਕਰਦੇ ਹਾਂ, ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ, ਤਾਂ ਉਸ ਨਾਲ ਸਾਡੀ ਬਹੁਤ ਸਾਰੀ ਐਨਰਜੀ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਆਪਣੇ ਪ੍ਰੈਜੈਂਟ ਨੂੰ ਸੰਵਾਰ ਲੈਂਦੇ ਹਾਂ ਤਾਂ ਫਿਊਚਰ ਆਪਣੇ ਆਪ ਹੀ ਸਵਰਨਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਸਾਰੇ ਯਤਨ ਆਪਣੇ ਪ੍ਰੈਜੈਂਟ ਨੂੰ ਸੰਵਾਰਨ 'ਤੇ ਲਗਾਉਣੇ ਚਾਹੀਦੇ ਨੇ। ਉਦੇਸ਼ ਉਦੋਂ ਪ੍ਰਾਪਤ ਹੁੰਦੇ ਹਨ ਜਦੋਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇੱਕ ਪਲੈਨਿੰਗ ਬਣਾ ਕੇ ਇੱਕ ਸਹੀ ਟਰੈਕ 'ਤੇ, ਇੱਕ ਸਹੀ ਦਿਸ਼ਾ ਦੇ ਵੱਲ ਅਸੀਂ ਅੱਗੇ ਵੱਧਦੇ ਹਾਂ, ਅਤੇ ਉਹਦਾ ਮੁਲਾਂਕਣ ਵੀ ਨਾਲ ਕਰਦੇ ਹਾਂ ਕਿ ਅਸੀਂ ਆਪਣੀ ਦਿਸ਼ਾ ਵੱਲ ਕਿਸ ਅਨੁਪਾਤ ਦੇ ਵਿੱਚ ਵੱਧ ਰਹੇ ਹਾਂ। ਕਿਉਂਕਿ ਅਨੁਪਾਤ ਅਤੇ ਬੈਲੈਂਸ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡਾ ਅਨੁਪਾਤ ਸਹੀ ਨਹੀਂ ਹੈ ਜ਼ਿੰਦਗੀ ਦੇ ਵਿੱਚ, ਜਾਂ ਤੁਹਾਡੀ ਸਫਲਤਾ ਦਾ ਬੈਲੈਂਸ ਸਹੀ ਨਹੀਂ ਹੈ, ਤਾਂ ਵੀ ਬਹੁਤ ਸਾਰੀ ਪ੍ਰੋਬਲਮ ਸਾਹਮਣੇ ਆ ਸਕਦੀ ਹੈ। ਸਾਰੇ ਪ੍ਰਯਤਨ ਇੱਕ ਦਿਸ਼ਾ ਦੇ ਵਿੱਚ ਹੋਣੇ ਚਾਹੀਦੇ ਨੇ, ਪ੍ਰਯਤਨ ਦਿਸ਼ਾਹੀਨ ਨਹੀਂ ਹੋਣੇ ਚਾਹੀਦੇ। ਇਸ ਤੋਂ ਇਲਾਵਾ ਕਦੇ ਵੀ ਦਿਮਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਪਰੈਸ਼ਨ, ਮਾਯੂਸੀ ਨਹੀਂ ਰੱਖਣੀ ਚਾਹੀਦੀ, ਕਿਉਂਕਿ ਮਾਯੂਸ ਵਿਅਕਤੀ ਇੱਕ ਤਰ੍ਹਾਂ ਦਾ ਬਿਮਾਰ ਵਿਅਕਤੀ ਹੁੰਦਾ ਹੈ, ਔਰ ਬਿਮਾਰ ਵਿਅਕਤੀ ਜੋ ਕਿ ਮਾਨਸਿਕ ਤੌਰ 'ਤੇ ਬਿਮਾਰ ਹੋਵੇ ਉਹ ਕਦੇ ਵੀ ਸਫਲਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਫਿਊਚਰ ਵਿੱਚ ਜਦੋਂ ਅਸੀਂ ਪਲੈਨਿੰਗਾਂ ਬਣਾਉਂਦੇ ਹਾਂ ਤਾਂ ਸਾਨੂੰ ਇੱਕ ਲਾਲਚ ਅਤੇ ਇੱਕ ਡਰ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਕਿਉਂਕਿ ਜਦੋਂ ਅਸੀਂ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਕੋਈ ਲਾਲਚ ਰੱਖਦੇ ਹਾਂ ਜਾਂ ਸਾਡੇ ਦਿਲ 'ਚ ਡਰ ਰਹਿੰਦਾ ਹੈ ਕਿ ਸਫਲਤਾ ਪ੍ਰਾਪਤ ਹੋਵੇਗੀ ਜਾਂ ਨਹੀਂ ਹੋਵੇਗੀ,
ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈ ਤਾਂ ਵੀ ਬਹੁਤ ਸਾਰੀ ਮੁਸ਼ਕਿਲ ਆ ਸਕਦੀ ਹੈ। ਸਾਡੇ ਸਾਰੇ ਪ੍ਰਯਤਨ ਖੁਸ਼ੀ ਖੁਸ਼ੀ ਹੋਣੇ ਚਾਹੀਦੇ ਹਨ, ਇੱਕ ਖੇਲ ਦੀ ਤਰ੍ਹਾਂ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਇੱਕ ਖੇਲ ਦੇ ਮੈਦਾਨ ਵਿੱਚ ਬੱਚੇ ਖੇਲਦੇ ਹਨ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਲਚ ਜਾਂ ਡਰ ਨਹੀਂ ਹੁੰਦਾ ਹੈ, ਉਹ ਆਪਣੀ ਮਸਤੀ ਵਿੱਚ ਹੁੰਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਕਿਸੇ ਵੀ ਪ੍ਰਯਤਨ ਨੂੰ ਕਿਸੇ ਲਾਲਚ ਨਾਲ ਜੋੜ ਕੇ ਚੱਲਦੇ ਹਾਂ ਤਾਂ ਸਾਨੂੰ ਸਫਲਤਾ ਤਾਂ ਹੋ ਸਕਦਾ ਪ੍ਰਾਪਤ ਹੋ ਜਾਵੇ, ਪਰ ਸਾਡਾ ਲਾਲਚ ਸਾਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਨਹੀਂ ਕਰਦਾ ਹੈ। ਹੋ ਸਕਦਾ ਅਸੀਂ ਸਫਲ ਵਪਾਰੀ ਬਣ ਜਾਈਏ, ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਸੰਪੂਰਨ ਜ਼ਿੰਦਗੀ ਬਤੀਤ ਕਰਨ ਲੱਗ ਪਈਏ, ਪਰ ਕਿਤੇ ਨਾ ਕਿਤੇ ਸ਼ਾਂਤੀ, ਖੁਸ਼ੀ ਉਸ ਵਕਤ ਹੀ ਸਾਨੂੰ ਪ੍ਰਾਪਤ ਹੁੰਦੀ ਹੈ ਜਦੋਂ ਸਾਡੇ ਸਾਰੇ ਕੰਮ, ਸਾਡੀ ਸਫਲਤਾ ਲਈ ਕੀਤੇ ਗਏ ਪ੍ਰਯਤਨ ਇੱਕ ਖੇਲ ਦੀ ਤਰ੍ਹਾਂ ਹੋਣ ਅਤੇ ਬਿਨਾਂ ਕਿਸੇ ਲਾਲਚ ਤੋਂ ਹਨ, ਬਿਨਾਂ ਕਿਸੇ ਡਰ ਤੋਂ ਹੋਣ, ਤਾਂ ਸਾਡੀ ਸਫਲਤਾ ਨੂੰ ਕੋਈ ਵੀ ਰੋਕ ਨਹੀਂ ਸਕਦਾ। ਇਸ ਦੇ ਨਾਲ ਹੀ ਸਮਾਜਿਕ ਤੌਰ 'ਤੇ ਹੀ ਨਹੀਂ, ਜਦੋਂ ਮਾਨਸਿਕ ਤੌਰ 'ਤੇ ਵੀ ਅਸੀਂ ਸ਼ਕਤੀਸ਼ਾਲੀ ਬਣ ਜਾਂਦੇ ਹਾਂ ਤਾਂ ਸਫਲਤਾ ਇੱਕ ਸੋਹਣਾ, ਇੱਕ ਮਨਮੋਹਕ ਵਾਤਾਵਰਨ ਸਾਡੇ ਲਈ ਤਿਆਰ ਕਰ ਦਿੰਦੀ ਹੈ। ਈਰਖਾ ਜ਼ਿੰਦਗੀ ਨੂੰ ਇਸ ਤਰ੍ਹਾਂ ਬਣਾ ਦਿੰਦਾ ਹੈ ਜਿਵੇਂ ਕਿ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ। ਈਰਖਾਲੂ ਵਿਅਕਤੀ ਉੱਪਰੋਂ ਵੇਖਣ ਨੂੰ ਭਾਵੇਂ ਖੁਸ਼ ਲੱਗਦਾ ਹੋਵੇ, ਪਰ ਮਾਨਸਿਕ ਤੌਰ 'ਤੇ ਕਦੇ ਵੀ ਖੁਸ਼ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਾਡੇ ਜ਼ਿੰਦਗੀ ਦੇ ਹਰ ਯਤਨ, ਮਿਹਨਤ ਸਾਨੂੰ ਸਫਲਤਾ ਵੱਲ ਲੈ ਜਾਂਦੇ ਹਨ, ਕਿਉਂਕਿ ਜਦੋਂ ਵੀ ਅਸੀਂ ਮਿਹਨਤ ਕਰਦੇ ਹਾਂ, ਸਹੀ ਦਿਸ਼ਾ ਵੱਲ ਜਾਂਦੇ ਹਾਂ, ਬਿਨਾਂ ਅਕੇਵੇਂ ਤੋਂ ਜਾਂਦੇ ਹਾਂ, ਤਾਂ ਸਾਡੇ ਰਾਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜੇਕਰ ਆਉਂਦੀ ਹੈ ਤਾਂ ਸਾਨੂੰ ਉਸ ਰੁਕਾਵਟ ਨਾਲ ਲੜਨ ਦੀ ਤਾਕਤ ਵੀ ਪਰਮਾਤਮਾ ਵੱਲੋਂ ਮਿਲਦੀ ਹੈ। ਬਹੁਤ ਸਾਰੇ ਦੋਸਤ ਮਿੱਤਰ ਇਹ ਸੋਚਦੇ ਹਨ ਕਿ ਅਸੀਂ ਪ੍ਰਯਤਨ ਤਾਂ ਬਹੁਤ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ। ਅਜਿਹਾ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਸਹੀ ਟਰੈਕ 'ਤੇ, ਸਹੀ ਆਪਣੀ એનર્ਜੀ ਦਾ ਇਸਤੇਮਾਲ ਕੀਤਾ ਹੋਵੇ, ਸਹੀ ਪ੍ਰਯਤਨ ਕੀਤੇ ਹੋਣ, ਇਮਾਨਦਾਰੀ ਨਾਲ ਚੱਲੇ ਹੋ, ਖੁਸ਼ੀ ਖੁਸ਼ੀ ਪ੍ਰਯਤਨ ਕੀਤੇ ਹੋਣ ਕਿ ਸਫਲਤਾ ਪ੍ਰਾਪਤ ਨਾ ਹੋਈ ਹੋਵੇ। ਕਿਉਂਕਿ 9 ਗ੍ਰਹਿ, ਜਦੋਂ ਅਸੀਂ 9 ਗ੍ਰਹਿਾਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਵੇਖਦੇ ਹੋ ਕਿ 9 ਗ੍ਰਹਿ ਲਗਾਤਾਰ ਆਪਣੀ ਸਪੀਡ ਨਾਲ ਘੁੰਮਦੇ ਰਹਿੰਦੇ ਹਨ। 9 ਦੇ 9 ਗ੍ਰਹਿ ਮਤਲਬ ਕਿ ਰਾਹੂ ਕੇਤੂ ਨੂੰ ਛੱਡ ਕੇ 7 ਗ੍ਰਹਿ ਮੰਨੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਸੂਰਜ ਗ੍ਰਹਿ ਹੈ। ਬਾਕੀ 6 ਗ੍ਰਹਿ ਸੂਰਜ ਦੀ ਪਰਿਕਰਮਾ ਕਰਦੇ ਹਨ। ਇਹ ਗ੍ਰਹਿ ਕਦੇ ਵੀ ਆਪਣੀ ਸਪੀਡ ਤੋਂ, ਆਪਣੇ ਟਰੈਕ ਤੋਂ ਇੱਧਰ ਉੱਧਰ ਨਹੀਂ ਹਟਦੇ ਹਨ। ਜੇਕਰ ਇੱਕ ਗ੍ਰਹਿ ਵੀ 1 ਮਿੰਟ ਲਈ ਆਪਣੇ ਟਰੈਕ ਤੋਂ ਇੱਧਰ ਉੱਧਰ ਹੋ ਜਾਵੇ ਤਾਂ ਸਾਰੀ ਸ੍ਰਿਸ਼ਟੀ ਦਾ ਵਿਨਾਸ਼ ਹੋ ਸਕਦਾ ਹੈ। ਦੂਸਰੀ ਗੱਲ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਗ੍ਰਹਿਾਂ ਦੇ ਬਹੁਤ ਸਾਰੇ ਉਪਾਅ ਕੀਤੇ, ਧਾਰਮਿਕ ਸਥਾਨਾਂ 'ਤੇ ਵੀ ਗਏ, ਦਾਨ ਪੁੰਨ ਵਿਧੀਆਂ, ਹਵਨ ਯੱਗ ਕੀਤੇ, ਪਰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ। ਮੇਰਾ ਮੰਨਣਾ ਹੈ ਦੋਸਤੋ ਕਿ ਜਦੋਂ ਤੁਸੀਂ ਮੰਨ ਲਓ ਸੂਰਜ ਗ੍ਰਹਿ ਨੂੰ ਪ੍ਰਸੰਨ ਕਰਨਾ ਹੈ ਤਾਂ ਸੂਰਜ ਗ੍ਰਹਿ ਨੂੰ ਪ੍ਰਸੰਨ ਕਰਨ ਲਈ ਤੁਹਾਡਾ ਆਪਣੇ ਪਿਤਾ ਨਾਲ ਸੰਬੰਧ ਬਹੁਤ ਮਧੁਰ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਆਪਣੇ ਪਿਤਾ ਨਾਲ ਸੰਬੰਧ ਚੰਗੇ ਨਹੀਂ ਹਨ
ਤਾਂ ਤੁਸੀਂ ਭਾਵੇਂ ਲੱਖ ਵਾਰੀ ਸੂਰਜ ਨੂੰ ਜਲ ਦੇ ਦਿਓ, ਹੋਰ ਕਿਸੇ ਵੀ ਤਰ੍ਹਾਂ ਦੇ ਯਤਨ ਕਰ ਲਿਓ, ਤੁਹਾਡਾ ਸੂਰਜ ਗ੍ਰਹਿ ਤੁਹਾਨੂੰ ਸਹੀ ਫਾਇਦਾ ਨਹੀਂ ਦੇ ਸਕਦਾ। ਇਸੇ ਤਰ੍ਹਾਂ ਮੰਗਲ ਗ੍ਰਹਿ, ਮੰਗਲ ਨਾਲ ਸੰਬੰਧਿਤ ਜਿੰਨੇ ਮਰਜ਼ੀ ਦਾਨ ਪੁੰਨ ਹਵਨ ਪੂਜਾ ਜੋ ਕੁਛ ਮਰਜ਼ੀ ਕਰੋ, ਪਰ ਤੁਹਾਨੂੰ ਅਸਲ ਵਿੱਚ ਫਾਇਦਾ ਤਾਂ ਹੀ ਹੋਵੇਗਾ ਜਦੋਂ ਤੁਸੀਂ ਆਪਣੇ ਭਾਈਆਂ ਨਾਲ, ਆਪਣੇ ਫਰੈਂਡ ਸਰਕਲ ਦੇ ਵਿੱਚ ਬਹੁਤ ਇਮਾਨਦਾਰੀ ਨਾਲ ਚੱਲਦੇ ਹੋ, ਉਹਨਾਂ ਦਾ ਸਾਥ ਦਿੰਦੇ ਹੋ ਅਤੇ ਉਹਨਾਂ ਦਾ ਸਾਥ ਪ੍ਰਾਪਤ ਕਰਦੇ ਹੋ ਅਤੇ ਉਹਨਾਂ ਨਾਲ ਬਹੁਤ ਹੀ ਸਹਿਯੋਗ ਦੀ ਭਾਵਨਾ ਨਾਲ ਰਹਿੰਦੇ ਹੋ, ਤਾਂ ਤੁਹਾਡਾ ਮੰਗਲ ਆਪਣੇ ਆਪ ਹੀ ਤੁਹਾਨੂੰ ਸਹੀ ਐਨਰਜੀ ਦੇਣ ਲੱਗ ਪਵੇਗਾ। ਇਸੇ ਤਰ੍ਹਾਂ ਬੁੱਧ ਗ੍ਰਹਿ, ਕਈ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਹਰੀਆਂ ਚੀਜ਼ਾਂ ਦਾਨ ਕਰ ਕਰਕੇ ਥੱਕ ਗਏ ਹਾਂ, ਅਸੀਂ ਤਾਂ ਮੰਦਿਰਾਂ ਦੇ ਵਿੱਚ ਜਾ ਜਾ ਕੇ ਬਹੁਤ ਸਾਰੇ ਯਤਨ ਕਰਕੇ ਥੱਕ ਗਏ ਹਾਂ, ਪਰ ਅਜਿਹਾ ਹੋ ਹੀ ਨਹੀਂ ਸਕਦਾ ਕਿ ਤੁਸੀਂ ਉਪਾਅ ਕੀਤੇ ਹੋਣ ਤੇ ਫਾਇਦਾ ਨਾ ਹੋਇਆ ਹੋਵੇ। ਸਹੀ ਮਾਰਗ, ਸਹੀ ਪ੍ਰਯਤਨ, ਸਹੀ ਸਮੇਂ ਤੇ ਕੀਤੇ ਹੋਏ ਉਪਾਅ ਕਦੇ ਵੀ ਵਿਅਰਥ ਨਹੀਂ ਹੋ ਸਕਦੇ। ਭਾਵ ਬੁੱਧ ਗ੍ਰਹਿ ਨੂੰ ਪ੍ਰਸੰਨ ਕਰਨ ਲਈ ਆਪਣੀਆਂ ਭੈਣਾਂ ਦਾ ਸਤਿਕਾਰ ਕਰੋ, ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ, ਆਪਣੀ ਭੂਆ, ਮਾਸੀ, ਹੋਰ ਛੋਟੀਆਂ ਕੰਜਕਾਂ ਦੀ ਸੇਵਾ ਕਰਦੇ ਰਹੋ, ਤਾਂ ਤੁਹਾਨੂੰ ਹੋਰ ਕਿਸੇ ਵੀ ਤਰ੍ਹਾਂ ਦੇ ਕਰਮਕਾਂਡ ਕਰਨ ਦੀ ਲੋੜ ਹੀ ਨਹੀਂ ਪੈਦਾ ਹੋਵੇਗੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਸਾਰੀਆਂ ਗੱਲਾਂ ਦੱਸਣ ਜਾ ਰਿਹਾ ਹਾਂ ਦੋਸਤੋ। ਥੋੜ੍ਹੇ ਹੀ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਫੇਰ ਦੁਬਾਰੇ ਆਵਾਂਗਾ। ਅੱਜ ਦਿਓ ਇਜਾਜ਼ਤ, ਨਮਸਕਾਰ।